ਸਤਿਕਾਰਯੋਗ ਅਧਿਆਪਕ ਸਾਥੀਓ ਅਤੇ ਪਿਆਰੇ ਵਿਦਿਆਰਥੀਓ, ਮੈਂ ਬਸੰਤ ਪ੍ਰਤਾਪ ਸਾਇੰਸ ਮਾਸਟਰ ਸਰਕਾਰੀ ਮਿਡਲ ਸਕੂਲ ਝੋਕ ਸਰਕਾਰੀ ਜ਼ਿਲ੍ਹਾ ਫਰੀਦਕੋਟ ਤੋਂ ਅੱਜ ਮੈਂ ਤੁਹਾਡੇ ਲਈ 7ਵੀਂ ਜਮਾਤ ਦਾ ਪਾਠ ਨੰਬਰ 5 ਤੇਜ਼ਾਬ, ਖਾਰ ਅਤੇ ਲੂਣ ਲੈ ਕੇ ਹਾਜ਼ਰ ਹੋਇਆ ਹਾਂ। ਉਮੀਦ ਹੈ ਆਪ ਸਭ ਨੂੰ ਪਸੰਦ ਆਏਗਾ। ਇਸ ਲੈਕਚਰ ਦੇ ਦੌਰਾਨ ਅਸੀਂ ਤੇਜ਼ਾਬ ਭਾਵ ਐਸਿਡਸ, ਖਾਰ ਭਾਵ ਬੇਸਿਸ ਅਤੇ ਤੇਜ਼ਾਬ ਅਤੇ ਖਾਰ ਦੀ ਪਰਖ ਕਰਨ ਲਈ ਵਰਤੇ ਜਾਣ ਵਾਲੇ ਸੂਚਕਾਂ ਬਾਰੇ ਵਿਸਥਾਰਪੂਰਵਕ ਪੜ੍ਹਾਂਗੇ। ਸੋ ਵਿਦਿਆਰਥੀਓ, ਤੁਸੀਂ ਸਾਇੰਸ ਪ੍ਰਯੋਗਸ਼ਾਲਾ ਵਿੱਚ ਜਾਣ ਵੇਲੇ ਸਾਵਧਾਨੀ ਦਾ ਧਿਆਨ ਰੱਖਣਾ ਹੈ ਕਿ ਕਿਸੇ ਵੀ ਪਦਾਰਥ ਨੂੰ ਛੂਹਣ ਜਾਂ ਚੱਖਣ ਦੀ ਕੋਸ਼ਿਸ਼ ਨਹੀਂ ਕਰਨੀ। ਇਹ ਤੁਹਾਡੇ ਲਈ ਹਾਨੀਕਾਰਕ ਹੋ ਸਕਦਾ ਹੈ। ਸੋ ਪਦਾਰਥ ਅਤੇ ਉਹਨਾਂ ਦੇ ਸਵਾਦ ਬਾਰੇ ਗੱਲ ਕਰਦੇ ਹਾਂ। ਸੋ ਵਿਦਿਆਰਥੀਓ, ਖੰਡ ਦਾ ਸਵਾਦ ਕਿਸ ਤਰ੍ਹਾਂ ਦਾ ਹੁੰਦਾ ਹੈ? ਮਿੱਠਾ। ਨਮਕ ਨਮਕੀਨ, ਔਲਾ ਖੱਟਾ, ਨਿੰਬੂ ਦਾ ਰਸ ਖੱਟਾ, ਬੇਕਿੰਗ ਪਾਊਡਰ ਕੌੜਾ, ਸਿਰਕਾ ਖੱਟਾ, ਸੰਤਰੇ ਦਾ ਜੂਸ ਖੱਟਾ, ਗੁੜ ਮਿੱਠਾ, ਦਹੀਂ ਖੱਟਾ, ਇਮਲੀ ਖੱਟਾ ਅਤੇ ਕਰੇਲਾ ਕੌੜਾ। ਸੋ ਇਸ ਤਰ੍ਹਾਂ ਅਸੀਂ ਇਹਨਾਂ ਦੇ ਸਵਾਦ ਬਾਰੇ ਦੇਖਿਆ। ਸੋ ਵਿਦਿਆਰਥੀਓ, ਇੱਥੋਂ ਸਿੱਟਾ ਕੀ ਨਿਕਲਦਾ ਹੈ? ਸਿੱਟਾ ਇਹ ਨਿਕਲਦਾ ਹੈ ਕਿ ਕੁਝ ਪਦਾਰਥਾਂ ਦਾ ਸਵਾਦ ਜਿਹੜਾ ਹੈ ਮਿੱਠਾ ਹੁੰਦਾ ਹੈ, ਕੁਝ ਦਾ ਕੌੜਾ ਹੁੰਦਾ ਹੈ, ਕੁਝ ਦਾ ਨਮਕੀਨ ਅਤੇ ਕੁਝ ਦਾ ਸਵਾਦ ਖੱਟਾ ਹੁੰਦਾ ਹੈ। ਸੋ ਆਓ ਹੁਣ ਤੇਜ਼ਾਬ ਭਾਵ ਐਸਿਡਸ ਬਾਰੇ ਵਿਸਥਾਰਪੂਰਵਕ ਪੜ੍ਹਦੇ ਹਾਂ। ਸੋ ਵਿਦਿਆਰਥੀਓ, ਅਸੀਂ ਸਵਾਦ ਦੀ ਗੱਲ ਕੀਤੀ ਸੀ ਕਿ ਕੁਝ ਪਦਾਰਥਾਂ ਦਾ ਸਵਾਦ ਖੱਟਾ ਹੁੰਦਾ ਹੈ ਕਿਉਂਕਿ ਇਹਨਾਂ ਵਿੱਚ ਤੇਜ਼ਾਬ ਹੁੰਦਾ ਹੈ। ਸੋ ਤੇਜ਼ਾਬ ਦੇ ਕਾਰਨ ਹੀ ਪਦਾਰਥਾਂ ਦਾ ਸਵਾਦ ਕੀ ਹੁੰਦਾ ਹੈ? ਖੱਟਾ। ਸੋ ਤੇਜ਼ਾਬ ਸ਼ਬਦ ਲੈਟਿਨ ਭਾਸ਼ਾ ਦਾ ਸ਼ਬਦ ਹੈ। ਸੋ ਉਹ ਐਗਰੇ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਕੀ ਹੁੰਦਾ ਹੈ? ਖੱਟਾ। ਇਹਨਾਂ ਪਦਾਰਥਾਂ ਵਿੱਚ ਮੌਜੂਦ ਤੇਜ਼ਾਬ ਕੁਦਰਤੀ ਹੁੰਦੇ ਹਨ। ਸੋ ਇਹਨਾਂ ਵਿੱਚ ਕੁਦਰਤੀ ਤੇਜ਼ਾਬ ਹੁੰਦੇ ਹਨ। ਸੋ ਵਿਦਿਆਰਥੀਓ, ਤੇਜ਼ਾਬ ਦੋ ਤਰ੍ਹਾਂ ਦੇ ਹੁੰਦੇ ਹਨ। ਕੁਦਰਤੀ ਭਾਵ ਕਮਜ਼ੋਰ ਤੇਜ਼ਾਬ, ਖਣਿਜੀ ਭਾਵ ਸ਼ਕਤੀਸ਼ਾਲੀ ਤੇਜ਼ਾਬ। ਸੋ ਹੁਣ ਪਹਿਲਾਂ ਅਸੀਂ ਗੱਲ ਕਰਾਂਗੇ ਕਮਜ਼ੋਰ ਤੇਜ਼ਾਬ ਦੇ ਬਾਰੇ। ਸੋ ਔਲੇ ਦੇ ਵਿੱਚ ਜਿਹੜਾ ਹੈ ਤੇਜ਼ਾਬ ਐਸਕੋਰਬਿਕ ਤੇਜ਼ਾਬ ਮੌਜੂਦ ਹੁੰਦਾ ਹੈ। ਨਿੰਬੂ ਅਤੇ ਸੰਤਰੇ ਦੇ ਵਿੱਚ ਸਿਟਰਿਕ ਤੇਜ਼ਾਬ ਹੁੰਦਾ ਹੈ। ਸਿਰਕੇ ਦੇ ਵਿੱਚ ਐਸਟਿਕ ਤੇਜ਼ਾਬ, ਦੁੱਧ ਅਤੇ ਦਹੀਂ ਦੇ ਵਿੱਚ ਲੈਕਟਿਕ ਤੇਜ਼ਾਬ, ਇਮਲੀ ਦੇ ਵਿੱਚ ਟਾਰਟੈਰਿਕ ਤੇਜ਼ਾਬ ਮੌਜੂਦ ਹੁੰਦਾ ਹੈ। ਖਣਿਜੀ ਸ਼ਕਤੀਸ਼ਾਲੀ ਤੇਜ਼ਾਬ, ਸੋ ਸਲਫਿਊਰਿਕ ਐਸਿਡ, ਹਾਈਡਰੋਕਲੋਰਿਕ ਐਸਿਡ ਅਤੇ ਨਾਈਟ੍ਰਿਕ ਐਸਿਡ, ਇਹ ਖਣਿਜੀ ਸ਼ਕਤੀਸ਼ਾਲੀ ਤੇਜ਼ਾਬ ਹੁੰਦੇ ਹਨ ਜਿਨ੍ਹਾਂ ਨੂੰ ਮਨੁੱਖ ਦੁਆਰਾ ਤਿਆਰ ਕੀਤਾ ਜਾਂਦਾ ਹੈ ਪ੍ਰਯੋਗਸ਼ਾਲਾ ਦੇ ਵਿੱਚ। ਸੋ ਸਾਵਧਾਨੀ ਹੈ ਕਿ ਇਹ ਜਿਹੜੇ ਖਣਿਜੀ ਤੇਜ਼ਾਬ ਹੁੰਦੇ ਹਨ ਬਹੁਤ ਹੀ ਸ਼ਕਤੀਸ਼ਾਲੀ ਹੁੰਦੇ ਹਨ। ਇਹਨਾਂ ਦੇ ਵਿੱਚ ਸੰਪਰਕ ਦੇ ਵਿੱਚ ਆਉਣ 'ਤੇ ਨੁਕਸਾਨ ਪਹੁੰਚਾ ਸਕਦੇ ਹਨ। ਇਸ ਕਰਕੇ ਇਹਨਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਸੋ ਇਹਨਾਂ ਦੀ ਵਰਤੋਂ ਜਿਹੜੀ ਹੈ ਸਾਇੰਸ ਪ੍ਰਯੋਗਸ਼ਾਲਾ ਅਤੇ ਉਦਯੋਗਾਂ ਵਿੱਚ ਬਹੁਤ ਹੀ ਸਾਵਧਾਨੀ ਦੇ ਨਾਲ ਕੀਤੀ ਜਾਂਦੀ ਹੈ। ਸੋ ਵਿਦਿਆਰਥੀ, ਹੁਣ ਗੱਲ ਕਰਾਂਗੇ ਖਾਰ ਦੀ। ਸੋ ਖਾਰ ਦਾ ਸਵਾਦ ਕੀ ਹੁੰਦਾ ਹੈ? ਕੌੜਾ ਹੁੰਦਾ ਹੈ। ਸੋ ਇਹ ਸਵਾਦ ਵਿੱਚ ਕੌੜੇ ਹੁੰਦੇ ਹਨ ਅਤੇ ਛੂਹਣ ਦੇ ਵਿੱਚ ਸਾਬਣ ਵਾਂਗ ਹੁੰਦੇ ਹਨ। ਸੋ ਆਮ ਖਾਰ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਦੇ ਸਰੋਤ ਕੀ ਹਨ? ਕੈਲਸ਼ੀਅਮ ਹਾਈਡਰੋਕਸਾਈਡ, ਸੋ ਚੂਨੇ ਦੇ ਪਾਣੀ ਦੇ ਵਿੱਚ ਮੌਜੂਦ ਹੁੰਦਾ ਹੈ। ਮੈਗਨੀਸ਼ੀਅਮ ਹਾਈਡਰੋਕਸਾਈਡ ਮਿਲਕ ਆਫ ਮੈਗਨੀਸ਼ੀਆ ਦੇ ਵਿੱਚ, ਅਮੋਨੀਅਮ ਹਾਈਡਰੋਕਸਾਈਡ ਵਿੰਡੋ ਕਲੀਨਰ ਦੇ ਵਿੱਚ, ਸੋਡੀਅਮ ਹਾਈਡਰੋਕਸਾਈਡ ਸਾਬਣ ਦੇ ਵਿੱਚ, ਪੋਟਾਸ਼ੀਅਮ ਹਾਈਡਰੋਕਸਾਈਡ ਸਾਬਣ ਦੇ ਵਿੱਚ ਹੁੰਦਾ ਹੈ। ਸੋ ਵਿਦਿਆਰਥੀਓ, ਹੁਣ ਅਸੀਂ ਗੱਲ ਕਰਾਂਗੇ ਸੂਚਕ ਦੀ, ਇੰਡੀਕੇਟਰਸ ਦੀ। ਸੋ ਇਹ ਖਾਸ ਕਿਸਮ ਦੇ ਪਦਾਰਥ ਹੁੰਦੇ ਹਨ। ਇਹਨਾਂ ਦੀ ਵਰਤੋਂ ਤੇਜ਼ਾਬ ਅਤੇ ਖਾਰ ਦੀ ਪਰਖ ਕਰਨ ਲਈ ਕੀਤੀ ਜਾਂਦੀ ਹੈ।
ਸੋ ਕਿਸ ਤਰ੍ਹਾਂ ਪਰਖ ਕਰਦੇ ਹਨ? ਇਹ ਇਸ ਤਰ੍ਹਾਂ ਦੇ ਪਦਾਰਥ ਹਨ ਜੋ ਤੇਜ਼ਾਬੀ ਜਾਂ ਖਾਰੀ ਪਦਾਰਥਾਂ ਦੇ ਸੰਪਰਕ ਵਿੱਚ ਆਉਣ 'ਤੇ ਆਪਣਾ ਰੰਗ ਬਦਲ ਲੈਂਦੇ ਹਨ। ਸੋ ਉਦਾਹਰਨ ਵਜੋਂ ਲਿਟਮਸ, ਹਲਦੀ, ਚਾਈਨਾ ਰੋਜ਼ ਅਤੇ ਫਿਨੋਲਫੈਥਲੀਨ। ਸੋ ਇਹਨਾਂ ਦੀਆਂ ਕਿਸਮਾਂ ਦੇ ਬਾਰੇ ਗੱਲ ਕਰਦੇ ਹਾਂ। ਸੋ ਨੈਚੁਰਲ ਇੰਡੀਕੇਟਰ ਦੇ ਵਿੱਚ ਲਿਟਮਸ, ਹਲਦੀ ਅਤੇ ਚਾਈਨਾ ਰੋਜ਼। ਸੰਸਲਿਸ਼ਟ ਭਾਵ ਜੋ ਮਨੁੱਖ ਦੁਆਰਾ ਫੈਕਟਰੀਜ਼ ਜਾਂ ਇੰਡਸਟਰੀਜ਼ ਦੇ ਵਿੱਚ, ਲੈਬ ਦੇ ਵਿੱਚ ਤਿਆਰ ਕੀਤੇ ਜਾਂਦੇ ਹਨ, ਉਹਨਾਂ ਦੀ ਐਗਜ਼ਾਮਪਲ ਹੈ ਫਿਨੋਲਫੈਥਲੀਨ। ਸੋ ਨੈਚੁਰਲੀ ਅਕਰਿੰਗ ਇੰਡੀਕੇਟਰਸ, ਕੁਦਰਤੀ ਜਿਹੜੇ ਹੈਗੇ ਆ ਸੂਚਕ, ਹਲਦੀ, ਲਿਟਮਸ ਅਤੇ ਚਾਈਨਾ ਰੋਜ਼। ਸੋ ਕੁਦਰਤੀ ਨੈਚੁਰਲ ਇੰਡੀਕੇਟਰ ਦੇ ਵਿੱਚ ਲਿਟਮਸ ਆਉਂਦਾ ਹੈ। ਸੋ ਇਹ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਸੂਚਕ ਹੈ। ਇਹ ਲਾਈਕਨ ਨਾਮਕ ਪੌਦੇ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਲਿਟਮਸ ਪੇਪਰ ਦੇ ਨਾਲ ਤੇਜ਼ਾਬ ਅਤੇ ਖਾਦ ਦੀ ਪਰਖ ਕਰਾਂਗੇ। ਸੋ ਇਸ ਲਈ ਲੋੜੀਂਦਾ ਸਮਾਨ ਹੈ ਸਿਰਕਾ ਜਾਂ ਨਿੰਬੂ ਦਾ ਰਸ ਵੀ ਇਸ ਦੀ ਜਗ੍ਹਾ 'ਤੇ ਵਰਤ ਸਕਦੇ ਹਾਂ। ਸਾਬਣ ਜਾਂ ਸਰਫ ਦਾ ਘੋਲ, ਮੈਂ ਇੱਥੇ ਸਰਫ ਦਾ ਘੋਲ ਲਿਆ ਹੈ। ਬੇਕਿੰਗ ਸੋਡਾ ਭਾਵ ਮਿੱਠਾ ਸੋਡਾ, ਇਸ ਦੀ ਵੀ ਅਸੀਂ ਵਰਤੋਂ ਕਰ ਸਕਦੇ ਹਾਂ। ਸੋ ਲਿਟਮਸ ਪੇਪਰ, ਨੀਲਾ ਲਿਟਮਸ ਪੇਪਰ ਅਤੇ ਲਾਲ ਲਿਟਮਸ ਪੇਪਰ। ਨੀਲਾ ਲਿਟਮਸ ਪੇਪਰ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਸ ਦਾ ਰੰਗ ਨੀਲਾ ਹੁੰਦਾ ਹੈ, ਅਤੇ ਲਾਲ ਲਿਟਮਸ ਪੇਪਰ ਕਿਉਂਕਿ ਇਸ ਦਾ ਰੰਗ ਲਾਲ ਹੁੰਦਾ ਹੈ। ਸੋ ਅਸੀਂ ਇਹਨਾਂ ਦੀ ਪਰਖ ਕਰਾਂਗੇ। ਸੋ ਦੋਨੋਂ ਲਿਟਮਸ ਪੇਪਰ ਦਾ ਪ੍ਰਯੋਗ ਕਰਦੇ ਹੋਏ ਮੈਂ ਸਿਰਕੇ ਦੀਆਂ ਇੱਕ ਇੱਕ ਬੂੰਦ ਦੋਨਾਂ 'ਤੇ ਪਾਵਾਂਗਾ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਦੇਖ ਸਕਦੇ ਹੋ ਕਿ ਨੀਲਾ ਲਿਟਮਸ ਪੇਪਰ ਲਾਲ ਰੰਗ ਦੇ ਵਿੱਚ ਤਬਦੀਲ ਹੋ ਗਿਆ ਹੈ, ਜਦਕਿ ਲਾਲ ਲਿਟਮਸ ਪੇਪਰ ਦੇ ਉੱਪਰ ਕੋਈ ਪ੍ਰਭਾਵ ਨਹੀਂ ਪਿਆ। ਸੋ ਜਦੋਂ ਵੀ ਨੀਲਾ ਲਿਟਮਸ ਪੇਪਰ ਲਾਲ ਰੰਗ ਦੇ ਵਿੱਚ ਬਦਲਦਾ ਹੈ, ਰੰਗ ਬਦਲ ਜਾਂਦਾ ਹੈ, ਤਾਂ ਇਹ ਤੇਜ਼ਾਬ ਦਰਸਾਉਂਦਾ ਹੈ। ਜੋ ਅਸੀਂ ਪਦਾਰਥ ਲਿਆ ਹੈ, ਇਹ ਇਸ ਦਾ ਸੁਭਾਅ ਤੇਜ਼ਾਬੀ ਹੈ। ਹੁਣ ਇਸੇ ਕਿਰਿਆ ਨੂੰ ਅਸੀਂ ਸਾਬਣ ਦੇ ਘੋਲ ਨਾਲ ਜਾਂ ਸਰਫ ਦੇ ਘੋਲ ਨਾਲ ਕਰਾਂ। ਤੋ ਇਸ ਲਈ ਮੈਂ ਫੇਰ ਦੋ ਪੱਟੀਆਂ ਲੈ ਰਿਹਾ ਹਾਂ, ਇੱਕ ਨੀਲਾ ਲਿਟਮਸ ਪੇਪਰ ਤੇ ਇੱਕ ਲਾਲ ਲਿਟਮਸ ਪੇਪਰ। ਸੋ ਦੋਨਾਂ ਨੂੰ ਮੈਂ ਸਰਫ ਦੇ ਘੋਲ ਦੇ ਵਿੱਚ ਪਾਵਾਂਗਾ। ਸੋ ਤੁਸੀਂ ਦੇਖ ਸਕਦੇ ਹੋ ਕਿ ਲਾਲ ਲਿਟਮਸ ਪੇਪਰ ਨੀਲੇ ਦੇ ਵਿੱਚ ਤਬਦੀਲ ਹੋ ਗਿਆ ਹੈ ਅਤੇ ਨੀਲਾ ਲਿਟਮਸ ਪੇਪਰ ਨੀਲੇ ਰੰਗ ਵਿੱਚ ਹੀ ਹੈ। ਇਸ ਦੇ ਰੰਗ ਵਿੱਚ ਕੋਈ ਬਦਲਾਅ ਨਹੀਂ ਹੈ। ਇਸ ਦਾ ਮਤਲਬ ਇਹ ਹੈ ਜੋ ਪਦਾਰਥ ਅਸੀਂ ਟੈਸਟ ਕਰਨਾ ਚਾਹੁੰਦੇ ਸੀ ਉਸ ਦਾ ਸੁਭਾਅ ਖਾਰੀ ਹੈ, ਭਾਵ ਬੇਸਿਕ ਇਨ ਨੇਚਰ ਹੈ। ਸੋ ਜਦੋਂ ਵੀ ਲਾਲ ਲਿਟਮਸ ਪੇਪਰ ਆਪਣਾ ਰੰਗ ਬਦਲ ਕੇ ਨੀਲਾ ਹੋ ਜਾਂਦਾ ਹੈ, ਇਸ ਦਾ ਮਤਲਬ ਇਹ ਸੁਭਾਅ ਦੇ ਵਿੱਚ ਖਾਰੀ ਹੈ, ਇਹ ਖਾਰ ਹੈ, ਬੇਸਿਕ ਨੇਚਰ ਦਾ ਹੈ। ਤੇ ਨੀਲੇ ਲਿਟਮਸ ਪੇਪਰ ਦੇ ਉੱਪਰ ਕੋਈ ਪ੍ਰਭਾਵ ਨਹੀਂ ਪੈ ਰਿਹਾ, ਇਹ ਵੀ ਖਾਰ ਨੂੰ ਹੀ ਦਰਸਾਉਂਦਾ ਹੈ। ਵਿਦਿਆਰਥੀਓ, ਅਸੀਂ ਪਹਿਲਾਂ ਤੇਜ਼ਾਬ ਦੇ ਨਾਲ ਦੋਨਾਂ ਨਾਲ ਪਰਖ ਕਰ ਚੁੱਕੇ ਹਾਂ, ਦੋਨੋਂ ਘੋਲ ਦੀ ਵਰਤੋਂ ਕਰ ਚੁੱਕੇ ਹਾਂ। ਹੁਣ ਅਸੀਂ ਦੋਨਾਂ ਦੀ ਵਰਤੋਂ ਸਾਬਣ ਦੇ ਘੋਲ ਭਾਵ ਸਰਫ ਦੇ ਘੋਲ ਵਿੱਚ ਕਰਕੇ ਦੇਖਾਂਗੇ। ਸੋ ਮੈਂ ਦੋਨੋਂ ਟੈਸਟ ਟਿਊਬ ਦੇ ਵਿੱਚ ਥੋੜਾ ਜਿਹਾ ਸਾਬਣ ਦਾ ਘੋਲ ਜਾਂ ਸਰਫ ਦਾ ਘੋਲ ਪਾ ਲੈਂਦਾ ਹਾਂ। ਮੈਂ ਇੱਥੇ ਸਰਫ ਦਾ ਘੋਲ ਪ੍ਰਯੋਗ ਕਰ ਰਿਹਾ ਹਾਂ। ਥੋੜਾ ਜਿਹਾ ਹੋਰ ਕਰ ਲੈਂਦੇ ਹਾਂ। ਸੋ ਹੁਣ ਅਸੀਂ ਇਹਨਾਂ ਦੋਨਾਂ ਦੇ ਵਿੱਚ ਪਹਿਲਾਂ ਲਾਲ ਲਿਟਮਸ ਦਾ ਘੋਲ ਪਾਵਾਂਗੇ।
ਵਿਦਿਆਰਥੀਓ, ਤੁਸੀਂ ਦੇਖ ਰਹੇ ਹੋ ਕਿ ਇਸ ਦਾ ਰੰਗ ਨੀਲੇ ਦੇ ਵਿੱਚ ਤਬਦੀਲ ਹੋ ਗਿਆ ਹੈ। ਤੇ ਜੇਕਰ ਮੈਂ ਨੀਲੇ ਲਿਟਮਸ ਘੋਲ ਦੀਆਂ ਕੁਝ ਕੁ ਬੂੰਦਾਂ ਪਾ ਦਿੰਦਾ ਹਾਂ ਤੇ ਇਸ ਦਾ ਰੰਗ ਨੀਲਾ ਹੀ ਰਹਿ ਗਿਆ ਹੈ। ਸੋ ਜਦੋਂ ਲਾਲ ਲਿਟਮਸ ਦਾ ਪ੍ਰਯੋਗ ਕਰਦੇ ਹਾਂ ਤਾਂ ਨੀਲੇ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਤਾਂ ਇਸ ਦਾ ਸੁਭਾਅ ਬੇਸਿਕ ਇਨ ਨੇਚਰ, ਭਾਵ ਇਹ ਖਾਰ ਹੈ। ਸੋ ਇਹ ਇਸ ਦੇ ਰੰਗ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ। ਸੋ ਇਹ ਖਾਰ ਹੀ ਹੈ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਲਿਟਮਸ ਦੇ ਘੋਲ ਦੇ ਨਾਲ ਤੇਜ਼ਾਬ ਅਤੇ ਖਾਰ ਦੀ ਪਰਖ ਕਰਾਂਗੇ। ਇਸ ਲਈ ਮੈਂ ਵਰਤੋਂ ਕੀਤੀ ਹੈ ਨੀਲਾ ਲਿਟਮਸ ਪੇਪਰ, ਲਿਟਮਸ ਸੋਲੂਸ਼ਨ ਤੇ ਲਾਲ ਲਿਟਮਸ ਸੋਲੂਸ਼ਨ। ਉਹ ਇਹਨਾਂ ਨੂੰ ਮੈਂ ਥੋੜਾ ਥੋੜਾ ਆਪਣੇ ਕੰਟੇਨਰ ਦੇ ਵਿੱਚ ਕੱਢ ਲਿਆ ਹੈ। ਇਸ ਦੀ ਵਰਤੋਂ ਕਰਾਂਗੇ। ਵਿਨੇਗਰ, ਸਿਰਕਾ, ਸਾਬਣ ਦਾ ਘੋਲ ਜਾਂ ਸਰਫ ਦਾ ਘੋਲ ਤੇ 2 ਟੈਸਟ ਟਿਊਬ। ਸੋ ਅਸੀਂ ਸਭ ਤੋਂ ਪਹਿਲਾਂ ਸਿਰਕੇ ਦੀਆਂ ਕੁਝ ਕੁ ਬੂੰਦਾਂ ਟੈਸਟ ਟਿਊਬ ਦੇ ਵਿੱਚ ਪਾਈਆਂ ਹਨ। ਸੋ ਇਸ ਦੇ ਵਿੱਚ ਮੈਂ ਲਾਲ ਲਿਟਮਸ ਐਡ ਕਰਾਂਗਾ। ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਕੋਈ ਚੇਂਜ ਨਹੀਂ ਆਈ, ਕੋਈ ਬਦਲਾਅ ਨਹੀਂ ਆਇਆ, ਭਾਵ ਲਾਲ ਲਿਟਮਸ ਲਾਲ ਹੀ ਰਹਿੰਦਾ ਹੈ। ਇਸੇ ਨੂੰ ਮੈਂ ਇੱਕ ਵਾਰੀ ਫੇਰ ਕਰਾਂਗਾ। ਇਸ ਸਮੇਂ ਮੈਂ ਨੀਲੇ ਲਿਟਮਸ ਸੋਲੂਸ਼ਨ ਦੀ ਵਰਤੋਂ ਕਰਾਂਗਾ। ਇੱਕ ਵਾਰੀ ਮੈਂ ਫੇਰ ਕੁਝ ਕੁ ਬੂੰਦਾਂ ਵਿਨੇਗਰ ਦੀਆਂ ਲਈਆਂ ਹਨ ਔਰ ਹੁਣ ਮੈਂ ਇੱਥੇ ਨੀਲੇ ਲਿਟਮਸ ਸੋਲੂਸ਼ਨ ਦੀਆਂ ਕੁਝ ਕੁ ਬੂੰਦਾਂ ਪਾਵਾਂ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਦੇਖ ਸਕਦੇ ਹੋ ਕਿ ਜਦੋਂ ਅਸੀਂ ਕਿਸੇ ਪਦਾਰਥ ਦੇ ਵਿੱਚ, ਕਿਸੇ ਘੋਲ ਦੇ ਵਿੱਚ ਨੀਲੇ ਲਿਟਮਸ ਸੋਲੂਸ਼ਨ ਦੀਆਂ ਕੁਝ ਕੁ ਬੂੰਦਾਂ ਐਡ ਕਰਦੇ ਹਾਂ ਤਾਂ ਇਸ ਦਾ ਰੰਗ ਨੀਲੇ ਤੋਂ ਲਾਲ ਬਦਲ ਜਾਂਦਾ ਹੈ, ਜੋ ਕਿ ਇਸ ਦੇ ਐਸਿਡਿਕ ਨੇਚਰ ਨੂੰ ਦਰਸਾਉਂਦਾ ਹੈ, ਭਾਵ ਤੇਜ਼ਾਬੀ ਨੇਚਰ ਨੂੰ, ਤੇਜ਼ਾਬੀ ਸੁਭਾਅ ਨੂੰ ਦਰਸਾਉਂਦਾ ਹੈ। ਸੋ ਇਸ ਤਰੀਕੇ ਨਾਲ ਅਸੀਂ ਇਸ ਦੀ ਵਰਤੋਂ ਕਰ ਸਕਦੇ ਹਾਂ। ਸੋ ਵਿਦਿਆਰਥੀਓ, ਅਸੀਂ ਕਿਰਿਆ ਵਿੱਚ ਦੇਖਿਆ ਕਿ ਲਿਟਮਸ ਦੇ ਨਾਲ ਤੇਜ਼ਾਬ ਅਤੇ ਖਾਰ ਦੀ ਪਰਖ ਕੀਤੀ ਜਾਂਦੀ ਹੈ। ਜਦੋਂ ਵੀ ਕੋਈ ਪਦਾਰਥ ਤੇਜ਼ਾਬੀ ਹੁੰਦਾ ਹੈ ਤਾਂ ਨੀਲਾ ਲਿਟਮਸ ਪੇਪਰ ਲਾਲ ਰੰਗ ਵਿੱਚ ਤਬਦੀਲ ਹੋ ਜਾਂਦਾ ਹੈ ਤੇ ਲਾਲ ਲਿਟਮਸ ਪੇਪਰ ਨੀਲੇ ਵਿੱਚ ਤਬਦੀਲ ਹੋ ਜਾਂਦਾ ਹੈ। ਸੋ ਆਓ ਹੁਣ ਸ਼ੁਰੂਆਤ ਕਰਦੇ ਹਾਂ ਹਲਦੀ ਦੀ। ਸੋ ਪਿਆਰੇ ਵਿਦਿਆਰਥੀਓ, ਹਲਦੀ ਦਾ ਪ੍ਰਯੋਗ ਅਸੀਂ ਹਰ ਘਰ ਦੇ ਵਿੱਚ, ਆਪਣੇ ਘਰਾਂ ਦੇ ਵਿੱਚ ਸਬਜ਼ੀ ਦੇ ਵਿੱਚ ਪ੍ਰਯੋਗ ਕਰਦੇ ਹਾਂ। ਇਸ ਦੇ ਪਿਆਰੇ ਵਿਦਿਆਰਥੀਓ, ਹੁਣ ਅਸੀਂ ਹਲਦੀ ਦੇ ਨਾਲ ਤੇਜ਼ਾਬ ਅਤੇ ਖਾਰ ਦੀ ਪਰਖ ਕਰਾਂਗੇ। ਇਸ ਲਈ ਅਸੀਂ ਹਲਦੀ, ਜੋ ਆਮ ਘਰਾਂ ਦੇ ਵਿੱਚ ਪ੍ਰਯੋਗ ਕੀਤੀ ਜਾਂਦੀ ਹੈ, ਉਸ ਦਾ ਘੋਲ ਬਣਾਇਆ ਹੈ। ਅਸੀਂ ਪਾਣੀ ਲਿਆ ਹੈ ਅਤੇ ਰੂੰ ਦਾ ਫੰਬਾ ਲਿਆ ਹੈ। ਇਸ ਨੂੰ ਘੋਲ ਕੇ ਮੈਂ ਪਹਿਲਾਂ ਹੀ ਇੱਕ ਪੇਪਰ ਤਿਆਰ ਕੀਤਾ ਹੈ। ਕੋਈ ਵੀ ਪੇਪਰ ਲੈ ਸਕਦੇ ਹਾਂ। ਮੈਂ ਇੱਥੇ ਫਿਲਟਰ ਪੇਪਰ ਦਾ ਪ੍ਰਯੋਗ ਕੀਤਾ ਹੈ ਔਰ ਇਸ ਦੇ ਉੱਪਰ ਚੰਗੀ ਤਰ੍ਹਾਂ ਇਸ ਘੋਲ ਨੂੰ ਪਤਲਾ ਪਤਲਾ ਲਗਾਇਆ ਹੈ। ਇਸ ਨੂੰ ਸੁੱਕਣ ਤੋਂ ਬਾਅਦ ਮੈਂ ਇਸ ਦੀਆਂ ਪਤਲੀਆਂ ਪੱਟੀਆਂ ਕੱਟ ਲਈਆਂ ਹਨ, ਜਿਸ ਦਾ ਪ੍ਰਯੋਗ ਅਸੀਂ ਕਰਾਂਗੇ। ਸੋ ਮੇਰੇ ਕੋਲੇ ਫਿਰ ਉਸੇ ਤਰ੍ਹਾਂ ਵਿਨੇਗਰ ਅਤੇ ਸਰਫ ਦਾ ਘੋਲ ਹੈ। ਇੱਥੇ ਮੈਂ ਦੋਨਾਂ ਦਾ ਪ੍ਰਯੋਗ ਕਰਕੇ ਦੇਖਦਾ ਹਾਂ। ਸੋ ਸਭ ਤੋਂ ਪਹਿਲਾਂ ਮੈਂ ਵਿਨੇਗਰ, ਭਾਵ ਸਿਰਕੇ ਦਾ ਪ੍ਰਯੋਗ ਕਰਨ ਜਾ ਰਿਹਾ ਹਾਂ। ਮੈਂ ਇੱਥੇ 1 ਬੂੰਦ ਪਾਵਾਂਗਾ
ਸੋ ਵਿਦਿਆਰਥੀਓ, ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਉੱਪਰ ਕੋਈ ਪ੍ਰਭਾਵ ਨਹੀਂ ਪਿਆ, ਭਾਵ ਹਲਦੀ ਦੇ ਉੱਪਰ ਤੇਜ਼ਾਬ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਇਸੇ ਦੇ ਉੱਪਰ ਅਸੀਂ ਹੁਣ ਦੁਬਾਰਾ ਕਰਾਂਗੇ ਸਰਫ ਦੇ ਨਾਲ। ਇਸ ਲਈ ਮੈਂ ਇੱਕ ਈਅਰ ਬਡ ਲਿਆ ਹੈ, ਰੂੰਦਾ ਫੰਬਾ ਵੀ ਲੈ ਸਕਦੇ ਹੋ। ਸਰਫ ਦੇ ਨਾਲ ਮੈਂ ਇੱਥੇ ਲਗਾਇਆ। ਸੋ ਤੁਸੀਂ ਦੇਖ ਸਕਦੇ ਹੋ ਕਿ ਹਲਦੀ ਦਾ ਰੰਗ ਲਾਲ ਪੂਰਾ ਹੋ ਗਿਆ ਹੈ, ਜੋ ਕਿ ਪਦਾਰਥ ਦਾ ਖਾਰੀ ਸੁਭਾਅ ਦਰਸਾਉਂਦਾ ਹੈ। ਸੋ ਜੋ ਪਦਾਰਥ ਹੈ ਉਸ ਦੀ ਨੇਚਰ ਬੇਸਿਕ ਹੈ। ਸੋ ਇਸ ਤਰ੍ਹਾਂ ਅਸੀਂ ਕਰ ਸਕਦੇ ਹਾਂ। ਸੋ ਇਸ ਨੂੰ ਮੈਂ ਇਹਦੇ ਉੱਪਰ ਇਸ ਤਰੀਕੇ ਦੇ ਨਾਲ ਵੀ ਤਿਆਰ ਕਰ ਸਕਦੇ ਹਾਂ। ਸੋ ਦੇਖੋ ਬੱਚਿਓ, ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੈ। ਤੁਸੀਂ ਵੀ ਇਸ ਤਰੀਕੇ ਦੇ ਨਾਲ ਇਸ ਨੂੰ ਕਰਕੇ ਦੇਖ ਸਕਦੇ ਹੋ ਆਪਣੇ ਘਰ ਦੇ ਵਿੱਚ ਹੀ। ਸੋ ਇੱਕ ਹੋਰ ਚੀਜ਼ ਇਸ ਦੇ ਨਾਲ ਹੈ, ਜਦੋਂ ਵੀ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਹੈ, ਜਦੋਂ ਵੀ ਸਾਡੇ ਕੱਪੜਿਆਂ ਦੇ ਉੱਪਰ ਕਦੇ ਵੀ ਸਬਜ਼ੀ ਡਿੱਗ ਜਾਂਦੀ ਹੈ, ਉਸ ਵਿੱਚ ਹਲਦੀ ਹੁੰਦੀ ਹੈ, ਤਾਂ ਹਲਦੀ ਦਾ ਦਾਗ ਜਿਹੜਾ ਹੈ ਸਾਡੇ ਕੱਪੜਿਆਂ ਤੇ ਲੱਗ ਜਾਂਦਾ ਹੈ। ਜਦੋਂ ਸਾਡੇ ਘਰ ਵਿੱਚ ਸਾਡੇ ਮਾਤਾ ਜੀ ਕੱਪੜਿਆਂ ਨੂੰ ਧੋਂਦੇ ਹਨ ਤਾਂ ਸਾਬਣ ਜਦੋਂ ਰਗੜਦੇ ਹਨ ਤਾਂ ਉਸ ਦੇ ਉੱਪਰ ਲਾਲ ਭੂਰਾ ਰੰਗ ਤੁਹਾਨੂੰ ਦਿਖਾਈ ਦਿੰਦਾ ਹੈ, ਜੋ ਕਿ ਤੇਜ਼ਾਬ ਖਾਰੀ ਸੁਭਾਅ ਦਰਸਾਉਂਦਾ ਹੈ। ਸੋ ਪਿਆਰੇ ਵਿਦਿਆਰਥੀਓ, ਅਸੀਂ ਦੇਖਿਆ ਕਿ ਹਲਦੀ ਨਾਲ ਅਸੀਂ ਤੇਜ਼ਾਬ ਤੇ ਖਾਰ ਦੀ ਪਰਖ ਕੀਤੀ। ਸੋ ਜਦੋਂ ਵੀ ਕੋਈ ਪਦਾਰਥ ਤੇਜ਼ਾਬੀ ਹੁੰਦਾ ਹੈ ਤਾਂ ਉਸ ਦੇ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ, ਤੇ ਜੇਕਰ ਖਾਰੀ ਸੁਭਾਅ ਦਾ ਹੋਵੇ ਤਾਂ ਖਾਰ ਦੇ ਨਾਲ ਮਿਲ ਕੇ ਉਹ ਲਾਲ ਭੂਰਾ ਰੰਗ ਬਣਾਉਂਦਾ ਹੈ ਜਾਂ ਤਬਦੀਲ ਹੋ ਜਾਂਦਾ ਹੈ, ਰੰਗ ਬਦਲ ਜਾਂਦਾ ਹੈ। ਅੱਗੇ ਹੈ ਜੀ ਚਾਈਨਾ ਰੋਜ਼। ਸੋ ਚਾਈਨਾ ਰੋਜ਼ ਦਾ ਜਿਹੜਾ ਅਸੀਂ ਚਾਈਨਾ ਰੋਜ਼ ਦੀ ਮਦਦ ਦੇ ਨਾਲ ਤੇਜ਼ਾਬ ਤੇ ਖਾਰ ਦੀ ਪਰਖ ਕਰਾਂਗੇ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਚਾਈਨਾ ਰੋਜ਼ ਦੇ ਨਾਲ ਤੇਜ਼ਾਬ ਤੇ ਖਾਰ ਦੀ ਪਰਖ ਕਰਾਂਗੇ। ਇਸ ਘੋਲ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਮੈਂ ਚਾਈਨਾ ਰੋਜ਼ ਦੇ 2 ਫੁੱਲ ਲਏ ਹਨ। ਉਸ ਦੀਆਂ ਪੰਖੜੀਆਂ ਉਤਾਰ ਕੇ ਪਾਣੀ ਦੇ ਵਿੱਚ, ਗੁਣਗੁਣੇ ਪਾਣੀ ਦੇ ਵਿੱਚ, ਭਾਵ ਹਲਕੇ ਗਰਮ ਪਾਣੀ ਦੇ ਵਿੱਚ ਇਸ ਨੂੰ ਰੱਖ ਦਿੱਤਾ, ਔਰ ਥੋੜੀ ਦੇਰ ਬਾਅਦ ਇਸ ਦਾ ਰੰਗ ਜਿਹੜਾ ਹੈ ਪੱਤੀਆਂ ਤੋਂ ਉਤਰ ਕੇ ਸਾਡੇ ਪਾਣੀ ਦੇ ਵਿੱਚ ਆ ਗਿਆ। ਸੋ ਉਸ ਪਾਣੀ ਦੀ ਵਰਤੋਂ ਮੈਂ ਕਰਦਾ ਹਾਂ। ਇਹ ਸਾਡਾ ਚਾਈਨਾ ਰੋਜ਼ ਦਾ ਐਕਸਟ੍ਰੈਕਟ ਹੈ। ਇਸ ਦੀ ਵਰਤੋਂ ਮੈਂ ਤੇਜ਼ਾਬ ਅਤੇ ਖਾਰ ਦੀ ਪਰਖ ਕਰਨ ਲਈ ਕਰਾਂਗਾ। ਸੋ ਇਸ ਲਈ ਮੈਂ ਵਿਨੇਗਰ ਦੀ ਵਰਤੋਂ ਕਰਾਂਗਾ, ਸਿਰਕੇ ਦੀ ਵਰਤੋਂ ਕਰਾਂਗਾ ਅਤੇ ਸਰਫ ਦੇ ਘੋਲ ਦੀ ਵਰਤੋਂ ਕਰਾਂਗਾ। ਇਸ ਲਈ ਮੈਨੂੰ 2 ਟੈਸਟ ਟਿਊਬ ਚਾਹੀਦੀਆਂ ਸਨ। ਸੋ ਸਭ ਤੋਂ ਪਹਿਲਾਂ ਮੈਂ ਵਿਨੇਗਰ ਦੀਆਂ ਕੁਝ ਕੁ ਬੂੰਦਾਂ ਟੈਸਟ ਟਿਊਬ ਦੇ ਵਿੱਚ ਪਾਵਾਂਗਾ। ਇਸ ਤੋਂ ਬਾਅਦ ਮੈਂ ਚਾਈਨਾ ਰੋਜ਼ ਦੀਆਂ ਕੁਝ ਕੁ ਬੂੰਦਾਂ ਇਸ ਦੇ ਵਿੱਚ ਐਡ ਕਰਾਂਗਾ। ਸੋ ਵਿਦਿਆਰਥੀਓ, ਤੁਸੀਂ ਦੇਖ ਸਕਦੇ ਹੋ ਕਿ ਇਸ ਦਾ ਰੰਗ ਗੁਲਾਬੀ ਹੋ ਗਿਆ ਹੈ। ਸੋ ਇਸ ਦਾ ਰੰਗ ਗੁਲਾਬੀ ਹੋ ਗਿਆ, ਤੁਸੀਂ ਦੇਖ ਸਕਦੇ ਹੋ। ਸੋ ਇਸ ਨੂੰ ਮੈਂ ਇਸੇ ਤਰ੍ਹਾਂ ਰੱਖ ਦਿੰਦਾ ਹਾਂ। ਦੂਸਰੀ ਟੈਸਟ ਟਿਊਬ ਦੇ ਵਿੱਚ ਮੈਂ ਸਰਫ ਦੇ ਘੋਲ ਦੀ ਵਰਤੋਂ ਕਰਾਂਗਾ। ਥੋੜਾ ਜਿਹਾ ਸਰਫ ਦਾ ਘੋਲ ਪਾਇਆ ਹੈ। ਇਸ ਦੇ ਵਿੱਚ ਕੁਝ ਕੁ ਬੂੰਦਾਂ ਚਾਈਨਾ ਰੋਜ਼ ਦੀਆਂ ਪਾ ਦਿੰਦਾ।
ਸੋ ਪਿਆਰੇ ਵਿਦਿਆਰਥੀਓ, ਤੁਸੀਂ ਦੇਖ ਸਕਦੇ ਹੋ ਕਿ ਇਸ ਦਾ ਰੰਗ ਹਰਾ ਹੋ ਗਿਆ ਹੈ। ਸੋ ਇਸ ਨੂੰ ਚੰਗੀ ਤਰ੍ਹਾਂ ਹਿਲਾ ਲਓ। ਇਸ ਦਾ ਰੰਗ ਤੁਹਾਨੂੰ ਹਰਾ ਦਿਖਾਈ ਦੇ ਰਿਹਾ ਹੈ। ਸੋ ਸਾਬਣ ਦਾ ਘੋਲ ਜਦੋਂ ਵੀ ਚਾਈਨਾ ਰੋਜ਼ ਦੇ ਐਕਸਟ੍ਰੈਕਟ ਦੇ ਵਿੱਚ ਚਾਈਨਾ ਰੋਜ਼ ਦੇ ਨਾਲ ਜਦੋਂ ਅਸੀਂ ਟੈਸਟ ਕਰਦੇ ਹਾਂ, ਜੇਕਰ ਹਰਾ ਰੰਗ ਆ ਜਾਂਦਾ ਹੈ ਤਾਂ ਇਹ ਬੇਸਿਕ ਨੇਚਰ ਦਾ ਦਰਸਾਉਂਦਾ ਹੈ। ਸੋ ਪਦਾਰਥ ਜੋ ਲਿਆ ਸੀ, ਸਰਫ ਦਾ ਘੋਲ ਜੋ ਲਿਆ ਸੀ, ਇਸ ਦੀ ਵਰਤੋਂ ਕੀਤੀ ਸੀ, ਇਹ ਬੇਸਿਕ ਇਨ ਨੇਚਰ ਹੈ, ਭਾਵ ਖਾਰੀ ਹੈ। ਔਰ ਜਦੋਂ ਅਸੀਂ ਸਿਰਕੇ ਦੀ ਵਰਤੋਂ ਕੀਤੀ ਸੀ ਤਾਂ ਇਸ ਦਾ ਰੰਗ ਗੁਲਾਬੀ ਹੈ। ਸੋ ਇਹ ਗੁਲਾਬੀ ਰੰਗ ਇਸ ਦੀ ਐਸਿਡਿਕ ਨੇਚਰ, ਭਾਵ ਖਾਰੀ ਸੁਭਾਅ ਨੂੰ ਦਰਸਾਉਂਦਾ ਹੈ। ਤੇਜ਼ਾਬੀ ਸੁਭਾਅ ਨੂੰ ਦਰਸਾਉਂਦਾ। ਆਓ ਪਿਆਰੇ ਵਿਦਿਆਰਥੀਓ, ਹੁਣ ਅਸੀਂ ਫਿਨੋਲਫੈਥਲੀਨ ਸੂਚਕ ਨੂੰ ਵਰਤਦੇ ਹਾਂ ਤੇ ਕਿਰਿਆ ਕਰਕੇ ਤੇਜ਼ਾਬ ਅਤੇ ਖਾਰ ਦੀ ਪਰਖ ਕਰਾਂਗੇ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਫਿਨੋਲਫੈਥਲੀਨ ਦੇ ਘੋਲ ਦੇ ਨਾਲ ਤੇਜ਼ਾਬ ਅਤੇ ਖਾਰ ਦੀ ਪਰਖ ਕਰਾਂਗੇ। ਇਸ ਲਈ ਸਾਨੂੰ ਲੋੜੀਂਦਾ ਸਮਾਨ ਵਿਨੇਗਰ, ਸਿਰਕਾ ਜਾਂ ਨਿੰਬੂ ਦਾ ਰਸ, ਸਾਬਣ ਦਾ ਘੋਲ ਜਾਂ ਇਸ ਦੀ ਥਾਂ ਤੇ ਅਸੀਂ ਸਰਫ ਦਾ ਘੋਲ ਵੀ ਵਰਤ ਸਕਦੇ ਹਾਂ, ਅਤੇ 2 ਟੈਸਟ ਟਿਊਬ। ਸੋ ਸਭ ਤੋਂ ਪਹਿਲਾਂ ਅਸੀਂ ਇੱਕ ਟੈਸਟ ਟਿਊਬ ਲੈਂਦੇ ਹਾਂ। ਇਸ ਦੇ ਵਿੱਚ ਅਸੀਂ ਵਿਨੇਗਰ ਭਾਵ ਸਿਰਕਾ ਥੋੜਾ ਜਿਹਾ ਪਾਵਾਂਗੇ। ਅਤੇ ਇਸ ਦੇ ਵਿੱਚ ਅਸੀਂ ਫਿਨੋਲਫੈਥਲੀਨ ਦੀਆਂ ਕੁਝ ਬੂੰਦਾਂ ਪਾਵਾਂਗੇ। ਵਿਦਿਆਰਥੀਓ, ਤੁਸੀਂ ਦੇਖ ਸਕਦੇ ਹੋ ਕਿ ਇਸ ਦਾ ਰੰਗ ਜਿਹੜਾ ਹੈ ਉਹ ਕਲਰਲੈਸ ਹੋ ਗਿਆ ਹੈ, ਭਾਵ ਇਸ ਦੇ ਵਿੱਚ ਕੋਈ ਵੀ ਰੰਗ ਨਹੀਂ ਹੈ। ਸੋ ਇਸ ਦਾ ਰੰਗ ਜਦੋਂ ਵੀ ਇਸ ਤਰ੍ਹਾਂ ਦਾ ਹੋ ਜਾਂਦਾ ਹੈ, ਸੋ ਇਹ ਤੇਜ਼ਾਬ ਨੂੰ ਦਰਸਾਉਂਦਾ ਹੈ। ਸੋ ਵਿਨੇਗਰ ਭਾਵ ਸਿਰਕੇ ਦਾ ਸੁਭਾਅ ਤੇਜ਼ਾਬੀ ਹੈ। ਹੁਣ ਇਸੇ ਨੂੰ ਅਸੀਂ ਸਾਬਣ ਦੇ ਘੋਲ ਦੇ ਨਾਲ ਕਰਾਂਗੇ। ਦੂਸਰੀ ਟੈਸਟਿੰਗ ਲਈ ਹੈ, ਮੈਂ ਇੱਕ ਚਮਚੇ ਦੀ ਮਦਦ ਦੇ ਨਾਲ ਥੋੜਾ ਜਿਹਾ ਇਸ ਦੇ ਵਿੱਚ ਐਡ ਕਰਾਂਗਾ। ਸੋ ਫਿਨੋਲਫੈਥਲੀਨ। ਪਿਆਰੇ ਵਿਦਿਆਰਥੀਓ, ਤੁਸੀਂ ਦੇਖ ਸਕਦੇ ਹੋ ਕਿ ਇਸ ਦਾ ਰੰਗ ਗੁਲਾਬੀ ਹੋ ਗਿਆ ਹੈ, ਜੋ ਕਿ ਇਸ ਦੇ ਬੇਸਿਕ ਨੇਚਰ ਨੂੰ ਦਰਸਾਉਂਦਾ ਹੈ, ਭਾਵ ਇਹ ਸੁਭਾਅ ਦੇ ਵਿੱਚ ਖਾਰਾ ਹੈ, ਖਾਰੀ ਹੈ। ਇਹ ਦੋਨੋਂ ਜਿਹੜੇ ਹੈ ਇਹ ਅਸੀਂ ਖਾਰ ਲਈ ਕੀਤਾ ਸੀ, ਭਾਵ ਐਸਿਡਿਕ ਨੇਚਰ ਲਈ, ਅਤੇ ਇਹ ਬੇਸਿਕ। ਸੋ ਫਿਨੋਲਫੈਥਲੀਨ 2 ਰੰਗ ਦਿੰਦਾ ਹੈ। ਤੇਜ਼ਾਬ ਦੇ ਵਿੱਚ ਕਲਰਲੈਸ ਹੋ ਜਾਂਦਾ ਹੈ, ਭਾਵ ਰੰਗਹੀਨ ਹੁੰਦਾ ਹੈ, ਅਤੇ ਖਾਰ ਦੇ ਵਿੱਚ, ਬੇਸ ਦੇ ਵਿੱਚ ਇਸ ਦਾ ਰੰਗ ਗੁਲਾਬੀ ਹੋ ਜਾਂਦਾ ਹੈ। ਸੋ ਵਿਦਿਆਰਥੀਓ, ਅਸੀਂ ਕਿਰਿਆ ਦੇ ਵਿੱਚ ਦੇਖਿਆ ਕਿ ਫਿਨੋਲਫੈਥਲੀਨ ਤੇਜ਼ਾਬੀ ਸੁਭਾਅ ਦੇ ਵਿੱਚ ਜਾਂ ਉਦਾਸੀਨ ਸੁਭਾਅ ਦੇ ਵਿੱਚ ਰੰਗਹੀਨ ਰਹਿੰਦਾ ਹੈ, ਤੇ ਖਾਰੀ ਪਦਾਰਥਾਂ ਦੇ ਵਿੱਚ ਆਪਣਾ ਰੰਗ ਗੁਲਾਬੀ ਕਰ ਲੈਂਦਾ ਹੈ। ਸੋ ਗੁਲਾਬੀ ਰੰਗ ਇਸ ਦਾ ਹੋ ਜਾਂਦਾ ਹੈ। ਸੋ ਇਸ ਲੈਕਚਰ ਦੇ ਦੌਰਾਨ ਅਸੀਂ ਪੜ੍ਹਿਆ ਕਿ ਐਸਿਡ ਅਤੇ ਬੇਸਿਸ ਕੀ ਹਨ, ਭਾਵ ਐਸਿਡ, ਤੇਜ਼ਾਬ ਤੇ ਖਾਰ ਕੀ ਹਨ। ਇਸ ਤੋਂ ਬਾਅਦ ਅਸੀਂ ਵੱਖ-ਵੱਖ ਸੂਚਕਾਂ ਰਾਹੀਂ ਇਸ ਦੀ ਪਰਖ ਕੀਤੀ। ਸੋ ਅੰਤ ਵਿੱਚ ਆਪ ਸਭ ਦਾ ਬਹੁਤ-ਬਹੁਤ ਧੰਨਵਾਦ, ਥੈਂਕ ਯੂ। ਸੋ ਤੁਸੀਂ ਆਪਣੇ ਘਰੇ ਰਹੋ ਤੇ ਸੁਰੱਖਿਅਤ ਰਹੋ। ਸਟੇ ਸੇਫ, ਸਟੇ ਹੈਲਥੀ। ਥੈਂਕ ਯੂ।